हाँ जी, सत श्री अकाल सारिਆਂ ਨੂੰ। आई होप ਤੁਸੀਂ ਸਾਰੇ बहुत ਵਧੀਆ ਹੋਵੋਗੇ ਐਂਡ ਤੁਹਾਡਾ ਸਵਾਗਤ ਕਰਦੇ ਹਾਂ ਸਮਾਰਟੈਕ ਐਜੂਕੇਸ਼ਨ ਦੇ YouTube ਚੈਨਲ ਤੇ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਮਾਰਟੈਕ ਐਜੂਕੇਸ਼ਨ ਦੇ YouTube ਚੈਨਲ ਤੇ ਟੈਲੀ ਪ੍ਰਾਈਮ ਬੇਸਿਕ ਟੂ ਐਡਵਾਂਸ ਕੋਰਸ ਦੀ ਸੀਰੀਜ਼ ਸਟਾਰਟ ਹੋ ਚੁੱਕੀ ਹੈ, ਜਿਸ ਦੇ ਵਿੱਚ ਆਪਾਂ ਟੈਲੀ ਪ੍ਰਾਈਮ ਦੇ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਸਾਰੇ ਟੌਪਿਕ ਕਵਰ ਕਰਨੇ ਹਨ। ਅਗਰ ਤੁਸੀਂ ਵੀ ਟੈਲੀ ਪ੍ਰਾਈਮ ਨੂੰ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾइब जरूर करो एंड वध तो वध शेयर करो। ਤਾਂ ਅੱਜ ਹੈ ਤੁਹਾਡਾ ਟੈਲੀ ਪ੍ਰਾਈਮ ਦਾ ਡੇ 2, ਜਿਸ ਦੇ ਵਿੱਚ ਆਪਾਂ ਸਿੱਖਾਂਗੇ ਕਿ ਆਪਾਂ ਟੈਲੀ ਪ੍ਰਾਈਮ ਦੇ ਵਿੱਚ ਕਿਸ ਤਰ੍ਹਾਂ ਕੰਪਨੀ ਕ੍ਰੀਏਟ ਕਰ ਸਕਦੇ ਹਾਂ। ਐਂਡ ਡੇ 1 ਦੇ ਵਿੱਚ ਆਪਾਂ ਦੇਖਿਆ ਸੀ ਕਿ ਆਪਾਂ ਆਪਣੇ ਸਿਸਟਮ ਦੇ ਵਿੱਚ ਟੈਲੀ ਪ੍ਰਾਈਮ ਨੂੰ ਕਿਸ ਤਰ੍ਹਾਂ ਡਾਊਨਲੋਡ ਕਰ ਸਕਦੇ ਹਾਂ ਐਂਡ ਕਿਸ ਤਰ੍ਹਾਂ ਇੰਸਟਾਲ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਦੇਖਿਆ ਸੀ ਕਿ ਆਪਾਂ ਟੈਲੀ ਪ੍ਰਾਈਮ ਨੂੰ ਐਜ਼ ਅ ਐਜੂਕੇਸ਼ਨਲ ਮੋਡ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਐਂਡ ਕਿਸੇ ਵੀ ਲਾਇਸੈਂਸ ਨੂੰ ਕਿਸ ਤਰ੍ਹਾਂ ਰੀਐਕਟੀਵੇਟ ਕੀਤਾ ਜਾ ਸਕਦਾ ਹੈ ਟੈਲੀ ਪ੍ਰਾਈਮ ਦੇ ਵਿੱਚ। ਇਹ ਵੀ ਆਪਾਂ ਡੇ 1 ਦੀ ਵੀਡੀਓ ਦੇ ਵਿੱਚ ਸਿੱਖਿਆ ਸੀ। ਤਾਂ ਜਿਹੜੇ ਸਟੂਡੈਂਟਸ ਇਸ ਚੈਨਲ ਤੇ ਨਿਊ ਨੇ ਐਂਡ ਜਿਨ੍ਹਾਂ ਨੇ ਹਜੇ ਤੱਕ ਡੇ 1 ਦੀ ਵੀਡੀਓ ਨਹੀਂ ਦੇਖੀ ਹੈ ਤਾਂ ਮੈਂ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਰਹੀ ਹਾਂ, ਤਾਂ ਤੁਸੀਂ ਉੱਥੇ ਜਾ ਕੇ ਡੇ 1 ਦੀ ਵੀਡੀਓ ਨੂੰ ਪ੍ਰੋਪਰ ਦੇਖ ਸਕਦੇ ਹੋ। ਤਾਂ ਅੱਜ ਹੈ ਤੁਹਾਡਾ ਡੇ 2, ਜਿਸ ਦੇ ਵਿੱਚ ਆਪਾਂ ਦੇਖਣਾ ਹੈ ਕਿ ਆਪਾਂ ਟੈਲੀ ਪ੍ਰਾਈਮ ਦੇ ਵਿੱਚ ਕੰਪਨੀ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹਾਂ। ਅਗਰ ਉਸ ਦੇ ਵਿੱਚ ਕੁਝ ਚੇਂਜਸ ਕਰਨੇ ਨੇ, ਆਲਟਰ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ, ਕੰਪਨੀ ਸ਼ਟ ਕਿੱਦਾਂ ਕੀਤੀ ਜਾ ਸਕਦੀ ਹੈ ਐਂਡ ਆਪਾਂ ਮਲਟੀਪਲ ਕੰਪਨੀਜ਼ ਨੂੰ ਕਿੱਦਾਂ ਸਿਲੈਕਟ ਕਰ ਸਕਦੇ ਹਾਂ ਟੈਲੀ ਪ੍ਰਾਈਮ ਦੇ ਵਿੱਚ। ਇਹ ਸਾਰੇ ਟੌਪਿਕ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਵਰ ਕਰਾਂਗੇ, ਤਾਂ ਉਹਦੇ ਲਈ ਤੁਸੀਂ ਇਸ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹਿਣਾ ਹੈ। ਤਾਂ ਮੈਂ ਹਾਂ ਪਵਨੀਤ ਕੌਰ, ਤਾਂ ਚਲੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਤਾਂ ਡੇ 1 ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਕਿ ਜਦੋਂ ਵੀ ਆਪਾਂ ਟੈਲੀ ਪ੍ਰਾਈਮ ਨੂੰ ਓਪਨ ਕਰਦੇ ਹਾਂ ਤਾਂ ਕੁਝ ਇਸ ਤਰ੍ਹਾਂ ਦੀ ਵਿੰਡੋ ਓਪਨ ਹੁੰਦੀ ਹੈ, ਜਿਸ ਦੇ ਵਿੱਚ ਆਪਣੇ ਕੋਲ ਇਹ 4 ਆਪਸ਼ਨਸ ਆਉਂਦੀਆਂ ਨੇ ਕਿ ਤੁਸੀਂ ਟੈਲੀ ਪ੍ਰਾਈਮ ਨੂੰ ਐਜੂਕੇਸ਼ਨਲ ਮੋਡ ਦੇ ਵਿੱਚ ਯੂਜ਼ ਕਰਨਾ ਹੈ ਜਾਂ ਲਾਇਸੈਂਸ ਮੋਡ ਦੇ ਵਿੱਚ ਯੂਜ਼ ਕਰਨਾ ਹੈ। ਤਾਂ ਆਪਾਂ ਟੈਲੀ ਪ੍ਰਾਈਮ ਨੂੰ ਐਜ਼ ਅ ਐਜੂਕੇਸ਼ਨਲ ਮੋਡ ਦੇ ਵਿੱਚ ਓਪਨ ਕਰਾਂਗੇ। ਜਦੋਂ ਆਪਾਂ ਟੈਲੀ ਨੂੰ ਓਪਨ ਕਰਦੇ ਹਾਂ ਤਾਂ ਆਪਣੇ ਸਾਹਮਣੇ ਲਿਸਟ ਆਫ ਕੰਪਨੀਜ਼ ਦੀ ਇੱਕ ਵਿੰਡੋ ਓਪਨ ਹੋਏਗੀ। ਮੇਰੇ ਕੋਲ ਇੱਕ ਆਲਰੇਡੀ ਕੰਪਨੀ ਬਣੀ ਹੋਈ ਹੈ ਤਾਂ ਮੈਨੂੰ ਸ਼ੋ ਹੋ ਰਹੀ ਹੈ, ਬਟ ਜਿਨ੍ਹਾਂ ਨੇ ਫਸਟ ਟਾਈਮ ਟੈਲੀ ਪ੍ਰਾਈਮ ਨੂੰ ਇੰਸਟਾਲ ਕੀਤਾ ਹੈ ਉਹਨਾਂ ਦੇ ਕੋਲ ਕੋਈ ਵੀ ਕੰਪਨੀ ਕ੍ਰੀਏਟ ਨਹੀਂ ਹੋਈ ਹੋਏਗੀ। ਤਾਂ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਇੱਕ ਕੰਪਨੀ ਕ੍ਰੀਏਟ ਕਰਨੀ ਹੈ ਅਗਰ ਤੁਸੀਂ ਟੈਲੀ ਪ੍ਰਾਈਮ ਨੂੰ ਯੂਜ਼ ਕਰਨਾ ਹੈ। ਤਾਂ ਉਸ ਦੇ ਲਈ ਤੁਸੀਂ ਦੇਖ ਸਕਦੇ ਹੋ ਉੱਪਰ ਇੱਕ ਆਪਸ਼ਨ ਆ ਰਹੀ ਹੈ ਕ੍ਰੀਏਟ ਕੰਪਨੀ ਦੀ, ਤੁਸੀਂ ਇਸ ਤੇ ਕਲਿੱਕ ਕਰਨਾ ਹੈ। ਕ੍ਰੀਏਟ ਕੰਪਨੀ ਦੇ ਵਿੱਚ ਆਪਾਂ ਆਪਣੀ ਕੰਪਨੀ ਦੇ ਨਾਲ ਜਾਂ ਆਪਣੀ ਫਰਮ ਜੋ ਵੀ ਆਪਣਾ ਇੰਸਟੀਟਿਊਸ਼ਨ ਜੋ ਵੀ ਆਪਾਂ ਰਨ ਕਰ ਰਹੇ ਹਾਂ ਉਸ ਦੀਆਂ ਡਿਟੇਲਸ ਫਿਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੰਪਨੀ ਕ੍ਰੀਏਸ਼ਨ ਦਾ ਬਾਕਸ ਤੁਹਾਡੇ ਸਾਹਮਣੇ ਹੈ। ਤਾਂ ਸਭ ਤੋਂ ਪਹਿਲੀ ਆਪਸ਼ਨ ਆਪਣੀ ਕੀ ਆ ਰਹੀ ਹੈ, ਕੰਪਨੀ ਡਾਟਾ ਪਾਥ। ਇਹਦਾ ਮਤਲਬ ਕੀ ਹੈ ਕੰਪਨੀ ਡਾਟਾ ਪਾਥ ਦਾ, ਮੈਂ ਤੁਹਾਨੂੰ ਵੀਡੀਓ 1 ਦੇ ਵਿੱਚ ਵੀ ਦੱਸਿਆ ਸੀ ਕੰਪਨੀ ਡਾਟਾ ਪਾਥ ਬਾਰੇ। ਤਾਂ ਕੰਪਨੀ ਡਾਟਾ ਪਾਥ ਦਾ ਕੀ ਮੀਨਿੰਗ ਹੈ ਕਿ ਜਿਹੜੀ ਤੁਹਾਡੀ ਕੰਪਨੀ ਦਾ ਡਾਟਾ ਹੈ ਜਾਂ ਆਪਾਂ ਕਹਿ ਦਈਏ ਵੀ ਜਿਹੜੀ ਤੁਹਾਡੀ ਕੰਪਨੀ ਦੀ ਫਾਈਲ ਹੈ ਉਹ ਤੁਸੀਂ ਆਪਣੇ ਸਿਸਟਮ ਦੇ ਵਿੱਚ ਕਿੱਥੇ ਸੇਵ ਕਰਨਾ ਚਾਹੁੰਦੇ ਹੋ। ਤਾਂ ਜਿਵੇਂ ਕਿ ਇੱਥੇ ਬਾਈ ਡਿਫਾਲਟ C ਡਰਾਈਵ ਜਿਹੜੀ ਹੈ ਲੋਕੇਸ਼ਨ ਸ਼ੋ ਕਰ ਰਿਹਾ ਹੈ। ਅਗਰ ਤੁਸੀਂ ਇਸ ਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਲੈਕਟ ਫਰਮ ਡਰਾਈਵ ਤੋਂ ਵੀ ਚੇਂਜ ਕਰ ਸਕਦੇ ਹੋ। ਅਗਰ ਤੁਸੀਂ ਕੋਈ ਪਾਥ ਸਪੈਸੀਫਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਪੈਸੀਫਾਈ ਪਾਥ ਦੀ ਆਪਸ਼ਨ ਨੂੰ ਵੀ ਚੂਜ਼ ਕਰ ਸਕਦੇ ਹੋ। ਜਿਵੇਂ ਕਿ ਮੈਂ ਆਪਣੀ ਜਿਹੜੀ ਕੰਪਨੀ ਡਾਟਾ ਦੀ ਜੋ ਲੋਕੇਸ਼ਨ ਹੈ ਉਹ ਚੇਂਜ ਕਰਨਾ ਚਾਹੁੰਦੀ ਹਾਂ ਤਾਂ ਮੈਂ ਸਿਲੈਕਟ ਫਰਮ ਡਰਾਈਵ ਤੋਂ ਕਰਾਂਗੀ। ਤਾਂ ਸਿਲੈਕਟ ਫਰਮ ਡਰਾਈਵ ਤੋਂ ਕਰਨ ਤੋਂ ਬਾਅਦ ਤੁਹਾਡੇ ਕੋਲ ਜਿੰਨੇ ਵੀ ਤੁਹਾਡੀਆਂ ਡਰਾਈਵਸ ਨੇ ਉਹ ਸ਼ੋ ਹੋਣਗੇ ਜਾਂ ਹੋਰ ਵੀ ਜਿਹੜੇ ਪਾਥ ਨੇ ਉਹ ਸ਼ੋ ਹੋਣਗੇ। ਤਾਂ ਮੈਂ D ਡਰਾਈਵ ਚੂਜ਼ ਕਰ ਰਹੀ ਹਾਂ, ਤੁਸੀਂ ਕੋਈ ਵੀ ਚੂਜ਼ ਕਰ ਸਕਦੇ ਹੋ। D ਦੇ ਵਿੱਚ ਮੇਰੇ ਕੋਲ ਟੈਲੀ ਪ੍ਰਾਈਮ ਦਾ ਫੋਲਡਰ ਹੈ, ਮੈਂ ਇਹ ਚੂਜ਼ ਕਰਾਂਗੀ ਐਂਡ ਦੈਨ ਉਸ ਦੇ ਵਿੱਚ ਡਾਟਾ ਦਾ ਫੋਲਡਰ ਹੈ, ਮੈਂ ਇਹ ਚੂਜ਼ ਕਰਾਂਗੀ। ਤਾਂ ਇਹ ਮੇਰੀ ਕੰਪਨੀ ਡਾਟਾ ਦੀ ਜਿਹੜੀ ਹੈ ਲੋਕੇਸ਼ਨ ਹੋਏਗੀ। ਮੈਂ ਇਸ ਨੂੰ ਐਂਟਰ ਪ੍ਰੈਸ ਕਰਕੇ ਅਸੈਪਟ ਕਰ ਲਾਂਗੀ। ਤਾਂ ਹੁਣ ਜੋ ਵੀ ਮੇਰੀ ਕੰਪਨੀ ਮੈਂ ਕ੍ਰੀਏਟ ਕਰਾਂਗੀ ਉਹ ਮੇਰੀ ਕਿੱਥੇ ਸੇਵ ਹੋਏਗੀ, D ਡਰਾਈਵ ਦੇ ਵਿੱਚ, ਅੱਗੇ ਟੈਲੀ ਪ੍ਰਾਈਮ ਦੇ ਫੋਲਡਰ 'ਚ, ਦੈਨ ਡਾਟਾ ਦੇ ਵਿੱਚ। ਤਾਂ ਇਸ ਤਰ੍ਹਾਂ ਤੁਸੀਂ ਵੀ ਆਪਣੀ ਕੰਪਨੀ ਦਾ ਡਾਟਾ ਦਾ ਪਾਥ ਹੈ ਤੁਸੀਂ ਚੇਂਜ ਕਰ ਸਕਦੇ ਹੋ ਆਪਣੇ ਅਕੋਰਡਿੰਗ। ਦੈਨ ਆਉਂਦਾ ਹੈ ਕੰਪਨੀ ਨੇਮ, ਜੋ ਵੀ ਤੁਹਾਡੇ ਫਰਮ ਦਾ, ਇੰਸਟੀਟਿਊਸ਼ਨਸ ਦਾ, ਕੰਪਨੀ ਦਾ ਜੋ ਨੇਮ ਹੈ ਉਹ ਤੁਸੀਂ ਇੱਥੇ ਲਿਖੋਗੇ। ਤਾਂ ਜਿਵੇਂ ਕਿ ਸਾਡਾ ਇੰਸਟੀਟਿਊਟ ਹੈ ਸਮਾਰਟੈਕ ਐਜੂਕੇਸ਼ਨ, ਤਾਂ ਮੈਂ ਉਸ ਦੇ ਨੇਮ ਤੇ ਹੀ ਕੰਪਨੀ ਕ੍ਰੀਏਟ ਕਰਾਂਗੀ। ਫਿਰ ਤੁਸੀਂ ਐਂਟਰ ਪ੍ਰੈਸ ਕਰਨਾ ਹੈ। ਦੈਨ ਆਉਂਦਾ ਹੈ ਮੇਲਿੰਗ ਨੇਮ। ਮੇਲਿੰਗ ਨੇਮ ਦਾ ਕੀ ਮਤਲਬ ਹੈ ਐਂਡ ਕੰਪਨੀ ਨੇਮ ਐਂਡ ਮੇਲਿੰਗ ਨੇਮ ਦੇ ਵਿੱਚ ਕੀ ਡਿਫਰੈਂਸ ਹੈ। ਮੇਲਿੰਗ ਨੇਮ ਕਿਹੜਾ ਹੋਏਗਾ, ਜੋ ਵੀ ਤੁਸੀਂ ਕੋਈ ਇਨਵੋਇਸ ਪ੍ਰਿੰਟ ਲਓਗੇ, ਕੋਈ ਵੀ ਬਿੱਲ ਦਾ ਪ੍ਰਿੰਟ ਲਓਗੇ, ਰਿਪੋਰਟ ਦਾ ਪ੍ਰਿੰਟ ਲਓਗੇ, ਉਸ ਦੇ ਉੱਤੇ ਨੇਮ ਜੋ ਹੈ ਉਹ ਪ੍ਰਿੰਟ ਹੋ ਕੇ ਆਏਗਾ, ਉਹ ਤੁਹਾਡਾ ਮੇਲਿੰਗ ਨੇਮ ਹੋਏਗਾ। ਦੈਨ ਆ ਜਾਏਗਾ ਐਡਰੈਸ, ਜੋ ਤੁਹਾਡੀ ਕੰਪਨੀ ਦਾ ਐਡਰੈਸ ਹੈ, ਜਿੱਥੇ ਤੁਹਾਡੀ ਕੰਪਨੀ ਲੋਕੇਟ ਕਰਦੀ ਹੈ ਉਹ ਐਡਰੈਸ ਤੁਸੀਂ ਉਰੇ ਫਿਲ ਕਰ ਦੇਣਾ ਹੈ।
ਤਾਂ ਜਿਵੇਂ ਕਿ ਜੋ ਸਾਡੇ ਇੰਸਟੀਚਿਊਟ ਦਾ ਐਡਰੈਸ ਹੈ ਉਹ ਮੈਂ ਇੱਥੇ ਫਿਲ ਕਰ ਦਿੱਤਾ, ਤਾਂ ਤੁਸੀਂ ਵੀ ਇਸ ਤਰ੍ਹਾਂ ਆਪਣੀ ਕੰਪਨੀ ਦਾ ਐਡਰੈਸ ਫਿਲ ਕਰਨਾ ਹੈ। ਦੈਨ ਤੁਸੀਂ ਸਟੇਟ ਚੂਜ਼ ਕਰੋਗੇ। ਸਟੇਟ ਚੂਜ਼ ਕਰਨ ਤੋਂ ਬਾਅਦ ਕੰਟਰੀ ਜੋ ਹੈ ਉਹ ਆਟੋਮੈਟਿਕਲੀ ਸਿਲੈਕਟ ਹੋ ਜਾਏਗੀ। ਦੈਨ ਤੁਸੀਂ ਪਿਨ ਕੋਡ ਪਾਣਾ ਹੈ, ਜੋ ਵੀ ਤੁਹਾਡੇ ਏਰੀਆ ਦਾ ਪਿਨ ਕੋਡ ਹੋਏਗਾ ਉਹ ਤੁਸੀਂ ਇੱਥੇ ਫਿਲ ਕਰੋਗੇ। ਦੈਨ ਉਸ ਤੋਂ ਬਾਅਦ ਟੈਲੀਫੋਨ ਨੰਬਰ ਆਏਗਾ, ਮੋਬਾਈਲ ਨੰਬਰ ਆਏਗਾ, ਦੈਨ ਈਮੇਲ, ਜੋ ਵੀ ਤੁਹਾਡੀ ਵੈਲਿਡ ਈਮੇਲ ਹੈਗੀ ਹੈ ਉਹ ਤੁਸੀਂ ਉਰੇ ਫਿਲ ਕਰਨੀ ਹੈਗੀ ਹੈ। ਇਸੇ ਤਰ੍ਹਾਂ ਤੁਸੀਂ ਜੋ ਵੈਬਸਾਈਟ ਹੈ ਉਸ ਦਾ ਵੀ, ਅਗਰ ਤੁਹਾਡੀ ਕੰਪਨੀ ਦੀ ਵੈਬਸਾਈਟ ਹੈ ਤਾਂ ਤੁਸੀਂ ਉਹ ਵੀ ਇੱਥੇ ਫਿਲ ਕਰ ਸਕਦੇ ਹੋ। ਇਸ ਤੋਂ ਬਾਅਦ ਤੁਹਾਡਾ ਆਏਗਾ ਫਾਈਨੈਂਸ਼ੀਅਲ ਈਅਰ ਐਂਡ ਬੁੱਕਸ ਬਿਗਨਿੰਗ ਫਰੋਮ। ਫਾਈਨੈਂਸ਼ੀਅਲ ਈਅਰ ਕੀ ਹੁੰਦਾ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕੈਲੰਡਰ ਈਅਰ ਕਿਹੜਾ ਹੁੰਦਾ, ਜਿਹੜਾ 1 ਜਨ ਤੋਂ ਲੈ ਕੇ 31 ਦਸੰਬਰ ਤੱਕ ਹੁੰਦਾ ਹੈ। ਐਂਡ ਫਾਈਨੈਂਸ਼ੀਅਲ ਈਅਰ ਕੀ ਹੈ, ਜੋ ਕਿ ਸਟਾਰਟ ਕਦੋਂ ਹੁੰਦਾ ਹੈ 1 ਅਪ੍ਰੈਲ ਐਂਡ ਐਂਡ ਕਦੋਂ ਹੁੰਦਾ ਹੈ 31 ਮਾਰਚ। ठीक है, तो जो थोड़ा फाइनेंशियल ईयर है हमेशा 1 अप्रैल ही रहेगा, पीछे ईयर कोई भी हो सकता है। एंड बुक्स बिगनिंग फ्रॉम द की मीनिंग है, बुक्स बिगनिंग फ्रॉम मीनस कि तुसी कदों तो ਜਿਹੜੇ ਬੁੱਕਸ ਨੇਗੀਆਂ ਅਕਾਊਂਟ ਹੈ ਮੇਨਟੇਨ ਕਰਨੇ ਸ਼ੁਰੂ ਕਰਨੇ ਹੈ, ਉਹ ਡੇਟ ਤੁਸੀਂ ਉਰੇ ਡਿਫਾਈਨ ਕਰਨੀ ਹੈ। ਜਾਂ ਐਦਾਂ ਕਹਿ ਲਓ ਕਿ ਜਦੋਂ ਤੁਹਾਡੀ ਕੰਪਨੀ ਸਟਾਰਟ ਹੋਈ ਹੈ ਆਪਾਂ ਉਦੋਂ ਤੋਂ ਹੀ ਆਪਣੇ ਰਿਕਾਰਡਸ ਮੇਨਟੇਨ ਕਰਨਾ ਸ਼ੁਰੂ ਕਰਦੇ ਹਾਂ, ਤਾਂ ਤੁਸੀਂ ਉਹ ਡੇਟ ਉਰੇ ਪਾਉਣੀ ਹੈ। ਜੋ ਤੁਸੀਂ ਬੁੱਕਸ ਬਿਗਨਿੰਗ ਫਰੋਮ ਦੀ ਡੇਟ ਪਾਓਗੇ ਤੁਸੀਂ ਉਸ ਤੋਂ ਬਾਅਦ ਦੀਆਂ ਡੇਟਸ ਦੇ ਵਿੱਚ ਹੀ ਐਂਟਰੀਜ਼ ਕਰ ਪਾਓਗੇ, ਉਸ ਤੋਂ ਪਹਿਲਾਂ ਤੁਸੀਂ ਐਂਟਰੀਜ਼ नहीं कर पाओगे। फॉर एग्जाम्पल अगर मैं उन्हें कहता कि मैं 1 अगस्त पाती हाँ तो मैं 1 अगस्त तो बाद ही एंट्रीज रिकॉर्ड कर पावांगी, अगस्त तो पहला ਜਿਹੜੇ ਮੰਥਸ ਨੇ ਉਹਨਾਂ ਦੇ ਵਿੱਚ ਮੈਂ ਐਂਟਰੀਜ਼ ਰਿਕਾਰਡ ਨਹੀਂ ਕਰ ਪਾਵਾਂਗੀ। ਤਾਂ ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਕਿਦੋਂ ਤੋਂ ਮੇਨਟੇਨ ਕਰਨੇ ਆਪਣੇ ਰਿਕਾਰਡਸ, ਉਹ ਡੇਟਸ ਤੁਸੀਂ ਉਰੇ ਫਿਲ ਕਰਨੀਆਂ ਨੇ। ਤੁਸੀਂ ਇਹ ਸੇਮ ਵੀ ਰੱਖ ਸਕਦੇ ਹੋ। ਦੈਨ ਆਂਦਾ ਹੈ ਬੇਸ ਕਰੰਸੀ ਸਿੰਬਲ ਐਂਡ ਦੈਨ ਫਾਰਮਲ ਨੇਮ। ਇਹ ਸਭ ਕੁਝ ਡਿਟੇਲਸ ਤੁਸੀਂ ਫਿਲ ਕਰਨ ਤੋਂ ਬਾਅਦ ਐਂਟਰ ਕਰਕੇ ਇਸ ਨੂੰ ਅਸੈਪਟ ਕਰਨਾ ਹੈ। ਇੱਕ ਤਾਂ ਤੁਸੀਂ ਐਂਟਰ ਕਰਕੇ ਵੀ ਅਸੈਪਟ ਕਰ ਸਕਦੇ ਹੋ। ਅਗਰ ਆਪਾਂ ਗੱਲ ਕਰੀਏ ਕਿ ਸ਼ਾਰਟਕਟ ਕਮਾਂਡ ਕੀ ਹੈ, ਜਿਵੇਂ ਕਿ ਆਪਾਂ ਵਰਡ ਐਕਸਲ ਦੇ ਵਿੱਚ ਕੰਟਰੋਲ ਐਸ ਦੇ ਨਾਲ ਸੇਵ ਕਰਦੇ ਹਾਂ, ਤਾਂ ਟੈਲੀ ਦੇ ਵਿੱਚ ਸ਼ਾਰਟਕਟ ਕਮਾਂਡ ਕਿਆ ਹੈ ਸੇਵ ਕਰਨ ਦਾ, ਤਾਂ ਉਹ ਹੋਏਗਾ Ctrl+A। ਤੁਸੀਂ Ctrl+A ਪ੍ਰੈਸ ਕਰਕੇ ਵੀ ਇਸ ਨੂੰ ਅਸੈਪਟ ਕਰ ਸਕਦੇ ਹੋ। ਤਾਂ ਮੈਂ Ctrl+A ਕਰਕੇ ਇਸ ਨੂੰ ਅਸੈਪਟ ਕਰ ਲਾਂਗੀ। ਤਾਂ ਇਸ ਤਰ੍ਹਾਂ ਤੁਸੀਂ ਬਹੁਤ ਹੀ ਈਜ਼ੀ ਵੇ ਦੇ ਵਿੱਚ ਕੰਪਨੀ ਕ੍ਰੀਏਟ ਕਰ ਸਕਦੇ ਹੋ। ਤਾਂ ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਕੰਪਨੀ ਕ੍ਰੀਏਟਡ ਸਕਸੈਸਫੁਲੀ ਦੀ ਵਿੰਡੋ ओपन हो चुकी है। तो अपनी जी कंपनी है क्रिएट हो चुकी है। इस तो बाद आप देखना है अनेबल द फीचर्स एज पर योर बिजनेस नीड्स। मतलब हुण ये कुछ अपनी कंपनी के फीचर्स ने जो कि आप यस नो करने ने, कुछ फीचर्स बाय डिफॉल्ट ही यस नो होंदे ने, बट आप अपनी रिक्वायरमेंट्स के अकॉर्डिंग भी इन्हों यस नो कर सकते हैं। ਤਾਂ ਤੁਸੀਂ ਦੇਖ ਸਕਦੇ ਹੋ ਅਕਾਊਂਟਿੰਗ ਫੀਚਰਸ ਨੇ, ਇਨਵੈਂਟਰੀ ਫੀਚਰਸ ਨੇ ਐਂਡ ਦੈਨ ਟੈਕਸੇਸ਼ਨ ਫੀਚਰਸ ਨੇ। ਅਕਾਊਂਟਿੰਗ ਫੀਚਰਸ ਕੌਣ ਯੂਜ਼ ਕਰੇਗਾ, ਜਿਨ੍ਹਾਂ ਦਾ ਜਸਟ ਬਿਜ਼ਨਸ ਕਹਿ ਲਓ ਸਰਵਿਸ ਪ੍ਰੋਵਾਈਡਿੰਗ ਦਾ ਹੈ, ਵੀ ਜਿਹੜੇ ਸਿਰਫ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਉਹ ਅਕਾਊਂਟਿੰਗ ਨੂੰ ਹੀ ਮੇਨਟੇਨ ਕਰਨਗੇ, ਕਿਉਂਕਿ ਉਹਨਾਂ ਕੋਲ ਕੋਈ ਸਟਾਕ ਨਹੀਂ ਹੋਏਗਾ। ਤੇ ਜਿਨ੍ਹਾਂ ਦੀ ਕੰਪਨੀ ਦਾ ਸਟਾਕ ਵੀ ਹੈ ਉਹ ਇਨਵੈਂਟਰੀ ਵੀ ਮੈਨੇਜ ਕਰਨਗੇ। ਅਗਰ ਤੁਹਾਡੇ ਕੋਲ GST ਨੰਬਰ ਹੈ, ਤੁਸੀਂ GST ਵੀ ਕਰ ਰਹੇ ਹੋ ਯੂਜ਼, ਤਾਂ ਤੁਸੀਂ ਟੈਕਸੇਸ਼ਨ ਦੇ ਵਿੱਚ ਆਪਣੀ GST ਦੀ ਡਿਟੇਲ ਵੀ ਫਿਲ ਕਰੋਗੇ। ਆਪਾਂ ਇਹ 1 ਬਾਈ 1 ਸਾਰੇ ਟੌਪਿਕ ਕਰਨੇ ਹੈ ਟੈਲੀ ਪ੍ਰਾਈਮ ਦੇ ਬੇਸਿਕ ਟੂ ਐਡਵਾਂਸ ਕੋਰਸ ਦੇ ਵਿੱਚ। ਤਾਂ ਜਿਵੇਂ ਕਿ ਮੈਂ ਜਸਟ ਅਕਾਊਂਟਿੰਗ ਮੇਨਟੇਨ ਕਰਨਾ ਚਾਹੁੰਦੀ ਹਾਂ ਤਾਂ ਸਿਰਫ ਮੈਂ ਅਕਾਊਂਟਸ ਨੂੰ ਹੀ ਯੈਸ ਰੱਖਾਂਗੀ। ਅਗਰ ਤੁਸੀਂ ਬਿਲ ਵਾਈਜ਼ ਐਂਟਰੀ ਕਰਨੀ ਹੈ ਤਾਂ ਤੁਸੀਂ ਉਸ ਨੂੰ ਵੀ ਯੈਸ ਕਰੋਗੇ। ਤਾਂ ਮੇਰੀ ਇਨਵੈਂਟਰੀ ਨਹੀਂ ਹੈ ਤਾਂ ਮੈਂ ਇਨਵੈਂਟਰੀ ਨੂੰ N ਟਾਈਪ ਕਰਕੇ ਐਂਟਰ ਕਰਕੇ ਨੋ ਕਰ ਦਾਂਗੀ। ਫਿਰ ਆਉਂਦਾ GST ਦੇ ਵਿੱਚ ਜਿਵੇਂ ਤੁਸੀਂ ਯੈਸ ਟਾਈਪ ਕਰਕੇ ਅਗਰ ਕਲਿੱਕ ਕਰਦੇ ਹੋ ਤਾਂ ਇਹ ਕੁਝ ਤੁਹਾਡੀ GST ਦੀਆਂ ਡਿਟੇਲਸ ਨੇ। ਤਾਂ ਇਹ ਕਿੱਦਾਂ ਫਿਲ ਹੁੰਦੀਆਂ ਇਹ ਸਾਰਾ ਆਪਾਂ ਆਉਣ ਵਾਲੀ ਵੀਡੀਓਜ਼ ਦੇ ਵਿੱਚ ਦੇਖਾਂਗੇ। GST ਮੇਨਟੇਨ ਨਹੀਂ ਕਰਨਾ ਹੈ ਤਾਂ ਮੈਂ ਇਸ ਨੂੰ ਨੋ ਕਰ ਦਾਂਗੀ। ਤਾਂ ਇਸ ਤਰ੍ਹਾਂ ਤੁਸੀਂ ਜੋ ਵੀ ਆਪਣੀ ਬਿਜ਼ਨਸ ਦੀ ਰਿਕੁਆਇਰਮੈਂਟ ਹੈ ਉਸ ਦੇ ਹਿਸਾਬ ਨਾਲ ਫੀਚਰਸ ਨੂੰ ਯੈਸ ਨੋ ਕਰ ਸਕਦੇ ਹੋ। ਤਾਂ ਅਗੇਨ ਆਪਾਂ Ctrl+A ਪ੍ਰੈਸ ਕਰਕੇ ਇਹਨਾਂ ਫੀਚਰਸ ਨੂੰ ਐਜ਼ ਇਟ ਇਜ਼ ਅਸੈਪਟ ਕਰ ਲਾਂਗੇ। ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਸਾਹਮਣੇ ਜਿਹੜੀ ਹੈ ਆਪਣੀ ਕੰਪਨੀ ਕ੍ਰੀਏਟ ਹੋ ਚੁੱਕੀ ਹੈ। ਨੇਮ ਆਫ ਕੰਪਨੀ ਲਿਖਿਆ ਆ ਰਿਹਾ ਹੈ ਸਮਾਰਟੈਕ ਐਜੂਕੇਸ਼ਨ। ਡੇਟ ਆਫ ਲਾਸਟ ਐਂਟਰੀ नो वाउचर एंटर्ड। आप जस्ट हुणे ही कंपनी क्रिएट की, हजे आप कोई भी वाउचर एंट्री नहीं पाई है, इसलिए उरे नो वाउचर एंटर्ड लिखा आ रहा है। दैन उस तो बाद करंट पीरियड आ रहा है, दैन आती है करंट डेट। करंट डेट 1 अप्रैल आ रही है। अगर तुसी बुक्स बिगनिंग फ्रॉम 1 अगस्त रखा होंदा तो दैन तुहाडी करंट डेट 1 अगस्त आती। तो इस तरह तुसी कंपनी क्रिएट कर सकते हो।
ਹੁਣ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕੰਪਨੀ ਕ੍ਰੀਏਸ਼ਨ ਟਾਈਮ ਤੁਸੀਂ ਕੁਝ ਗਲਤ ਫਿਲ ਕਰਤਾ ਜਾਂ ਤੁਹਾਡਾ ਕੁਝ ਫਿਲ ਕਰਨਾ ਰਹਿ ਗਿਆ, ਅਗਰ ਤੁਸੀਂ ਕੰਪਨੀ ਦੇ ਵਿੱਚ ਕੁਝ ਆਲਟਰ ਕਰਨਾ ਚਾਹੁੰਦੇ ਹੋ ਤਾਂ ਉਹ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਤੁਸੀਂ ਦੇਖ ਸਕਦੇ ਹੋ ਤੁਹਾਡੇ ਰਾਈਟ ਹੈਂਡ ਸਾਈਡ ਕਾਰਨਰ ਤੇ ਕੰਪਨੀ ਲਿਖਿਆ ਆ ਰਿਹਾ ਹੈ ਐਂਡ ਉਸਦੇ ਪਹਿਲਾਂ ਲਿਖਿਆ ਆ ਰਿਹਾ ਹੈ F3। F3 क्या है? शॉर्टकट कमांड है। अगर तुसी F3 प्रेस करते हो कीबोर्ड तो ਤੁਸੀਂ ਦੇਖੋ ਤੁਹਾਡੇ ਸਾਹਮਣੇ ਕਾਫੀ ਆਪਸ਼ਨਸ ਆ ਰਹੀਆਂ ਨੇ। ਕ੍ਰੀਏਟ ਕੰਪਨੀ, ਅਗਰ ਤੁਸੀਂ ਅਗੇਨ ਇੱਕ ਹੋਰ ਕੰਪਨੀ ਕ੍ਰੀਏਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਤਾਂ ਹੁਣ ਆਪਾਂ ਗੱਲ ਕਰ ਰਹੇ ਸੀ ਕਿ ਅਗਰ ਆਪਾਂ ਕੁਝ ਚੇਂਜਸ ਕਰਨੇ ਆ ਤਾਂ ਉਸ ਦੇ ਲਈ ਆਪਾਂ ਆਲਟਰ ਕੰਪਨੀ ਤੇ ਜਾਵਾਂਗੇ। ਜਿਵੇਂ ਤੁਸੀਂ ਆਲਟਰ ਕੰਪਨੀ ਤੇ ਕਲਿੱਕ ਕਰੋਗੇ ਤਾਂ ਅਗੇਨ ਕੰਪਨੀ ਆਲਟਰੇਸ਼ਨ ਦੀ ਤੁਹਾਡੀ ਵਿੰਡੋ ਓਪਨ ਹੋ ਜਾਏਗੀ। ਜੋ ਵੀ ਤੁਸੀਂ ਚੇਂਜਸ ਕਰਨਾ ਚਾਹੁੰਦੇ ਹੋ ਤੁਸੀਂ ਐਂਟਰ ਕਰਕੇ ਇਸ ਦੇ ਵਿੱਚ ਚੇਂਜਸ ਕਰ ਸਕਦੇ ਹੋ। ਦੈਨ ਆਂਦਾ ਹੈ ਸਿਲੈਕਟ ਕੰਪਨੀ। ਜਿਵੇਂ ਕਿ ਤੁਹਾਡੇ ਸਾਹਮਣੇ ਹੁਣ ਇਸ ਟਾਈਮ ਸਮਾਰਟੈਕ ਐਜੂਕੇਸ਼ਨ ਦੀ ਕੰਪਨੀ ਓਪਨ ਹੈ। ਅਗਰ ਇਸ ਦੇ ਨਾਲ ਤੁਸੀਂ ਇੱਕ ਹੋਰ ਕੰਪਨੀ ਨੂੰ ਰਨ ਕਰਨਾ ਚਾਹੁੰਦੇ ਹੋ, ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਲੈਕਟ ਕੰਪਨੀ ਤੇ ਜਾ ਕੇ ਕੰਪਨੀ ਨੂੰ ਸਿਲੈਕਟ ਕਰ ਸਕਦੇ ਹੋ। ਤੁਸੀਂ ਐਂਟਰ ਪ੍ਰੈਸ ਕਰਨਾ ਹੈ ਤਾਂ ਜਿਵੇਂ ਹੀ ਤੁਸੀਂ ਸਿਲੈਕਟ ਕੰਪਨੀ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਅਗੇਨ ਲਿਸਟ ਆਫ ਕੰਪਨੀਜ਼ ਦੀ ਵਿੰਡੋ ਓਪਨ ਹੋ ਜਾਏਗੀ। ਜਿਵੇਂ ਕਿ ਹੁਣ ਸਮਾਰਟੈਕ ਐਜੂਕੇਸ਼ਨ ਆਲਰੇਡੀ ਆਪਣੀ ਓਪਨ ਹੈ, ਤੁਸੀਂ ਉਸ ਦੇ ਨਾਲ ਸਟਾਕ ਐਂਟਰਪ੍ਰਾਈਜ਼ਸ ਨੂੰ ਓਪਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਕਲਿੱਕ ਕਰ ਦੇਣਾ ਹੈ। ਤਾਂ ਇਸ ਤਰ੍ਹਾਂ ਤੁਸੀਂ ਮਲਟੀਪਲ ਕੰਪਨੀਜ਼ ਨੂੰ ਯੂਜ਼ ਕਰ ਸਕਦੇ ਹੋ ਟੈਲੀ ਪ੍ਰਾਈਮ ਦੇ ਵਿੱਚ। ਅਗਰ ਤੁਸੀਂ ਕਹੋ ਕਿ ਇਸ ਟਾਈਮ ਆਪਣੀ ਐਕਟਿਵ ਕੰਪਨੀ ਕਿਹੜੀ ਹੈ ਤਾਂ ਜੋ ਵੀ ਤੁਹਾਨੂੰ ਇੱਥੇ ਬੋਲਡ ਦੇ ਵਿੱਚ ਸ਼ੋ ਹੋਏਗੀ ਉਹ ਤੁਹਾਡੀ ਐਕਟਿਵ ਕੰਪਨੀ ਹੋਏਗੀ। ਅਗਰ ਤੁਸੀਂ ਸਮਾਰਟੈਕ ਐਜੂਕੇਸ਼ਨ ਨੂੰ ਕਰਨਾ ਚਾਹੁੰਦੇ ਹੋ ਐਕਟਿਵ ਤਾਂ ਤੁਸੀਂ ਸਮਾਰਟੈਕ ਐਜੂਕੇਸ਼ਨ ਤੇ ਕਲਿੱਕ ਕਰ ਦੇਣਾ ਹੈ। ਤਾਂ ਇਸ ਟਾਈਮ ਤੁਸੀਂ ਦੇਖੋ ਹੁਣ ਇੱਥੇ ਆਪਣੇ ਕੋਲ ਸਮਾਰਟੈਕ ਐਜੂਕੇਸ਼ਨ ਬੋਲਡ ਦੇ ਵਿੱਚ ਆ ਰਹੀ ਹੈ। ਤਾਂ ਇਸ ਟਾਈਮ ਜੋ ਤੁਸੀਂ ਐਕਟਿਵ ਕੰਪਨੀ ਹੈ ਸਮਾਰਟੈਕ ਐਜੂਕੇਸ਼ਨ, ਜੋ ਵੀ ਤੁਸੀਂ ਐਂਟਰੀਜ਼ ਕਰੋਗੇ ਤੁਹਾਡੇ ਸਮਾਰਟੈਕ ਐਜੂਕੇਸ਼ਨ ਦੀ ਕੰਪਨੀ ਦੇ ਵਿੱਚ ਰਿਕਾਰਡ ਹੋਣਗੀਆਂ। ਤਾਂ ਇਸ ਤਰ੍ਹਾਂ ਤੁਸੀਂ ਮਲਟੀਪਲ ਕੰਪਨੀਜ਼ ਵੀ ਯੂਜ਼ ਕਰ ਸਕਦੇ ਹੋ ਟੈਲੀ ਪ੍ਰਾਈਮ ਦੇ ਵਿੱਚ। ਹੁਣ ਅਗਰ ਤੁਸੀਂ ਕਹੋ ਕਿ ਅਗਰ ਆਪਾਂ ਇਹਦੇ ਵਿੱਚੋਂ ਕੋਈ ਕੰਪਨੀ ਨੂੰ ਸ਼ਟ ਕਰਨਾ ਹੈ ਤਾਂ ਉਹ ਕਿਸ ਤਰ੍ਹਾਂ ਹੋਏਗਾ। ਅਗੇਨ ਤੁਸੀਂ F3 ਪ੍ਰੈਸ ਕਰੋਗੇ ਤੇ ਲਾਸਟ ਆਪਸ਼ਨ ਤੁਹਾਡੀ ਆਏਗੀ ਸ਼ਟ ਕੰਪਨੀ ਦੀ। ਤੁਸੀਂ ਸ਼ਟ ਕੰਪਨੀ ਤੇ ਕਲਿੱਕ ਕਰਨਾ ਹੈ। ਦੈਨ ਇਹਨਾਂ ਦੋਨਾਂ ਦੇ ਵਿੱਚੋਂ ਤੁਸੀਂ ਚੂਜ਼ ਕਰੋਗੇ ਜਾਂ ਜਿਹੜੀਆਂ ਵੀ ਤੁਹਾਡੇ ਕੋਲ ਓਪਨ ਹੋਣਗੀਆਂ ਤੁਸੀਂ ਉਹਨਾਂ ਚੋਂ ਚੂਜ਼ ਕਰੋਗੇ ਜਿਹਨੂੰ ਤੁਸੀਂ ਸ਼ਟ ਕਰਨਾ ਚਾਹੁੰਦੇ ਹੋ। ਤਾਂ ਜਿਵੇਂ ਮੈਂ ਸਟਾਕ ਐਂਟਰਪ੍ਰਾਈਜ਼ ਨੂੰ ਸ਼ਟ ਕਰਨਾ ਚਾਹੁੰਦੀ ਹਾਂ ਤਾਂ ਤੁਸੀਂ ਇਸ ਤੇ ਕਲਿੱਕ ਕਰ ਦੇਵਾਂਗੇ। ਦੈਨ ਯੈਸ ਪ੍ਰੈਸ ਕਰਾਂਗੇ ਤਾਂ ਇਸ ਤਰ੍ਹਾਂ ਜਿਹੜੀ ਤੁਹਾਡੀ ਕੰਪਨੀ ਹੈ ਉਹ ਸ਼ਟ ਹੋ ਜਾਏਗੀ। ਅਗਰ ਤੁਸੀਂ ਅਗੇਨ ਓਪਨ ਕਰਨਾ ਹੈ ਤਾਂ ਤੁਸੀਂ ਫਿਰ ਉਸ ਨੂੰ ਸਿਲੈਕਟ ਕੰਪਨੀ ਦੀ ਆਪਸ਼ਨ ਤੇ ਜਾ ਕੇ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਤੁਸੀਂ ਕੰਪਨੀ ਨੂੰ ਕ੍ਰੀਏਟ ਕਰ ਸਕਦੇ ਹੋ, ਆਲਟਰ ਕਰ ਸਕਦੇ ਹੋ, ਮਲਟੀਪਲ ਕੰਪਨੀ ਸਿਲੈਕਟ ਕਰ ਸਕਦੇ ਹੋ ਐਂਡ ਸ਼ਟ ਕਰ ਸਕਦੇ ਹੋ। ਅਗਰ ਆਪਾਂ ਸ਼ਾਰਟਕਟ ਕਮਾਂਡਸ ਦੀ ਗੱਲ ਕਰੀਏ ਕਿ ਸਿਲੈਕਟ ਕੰਪਨੀ ਨੂੰ ਕਰਨ ਦੇ ਲਈ ਸ਼ਾਰਟਕਟ ਕਮਾਂਡ ਕਿਆ ਹੈ ਜਾਂ ਤਾਂ ਸ਼ਟ ਕੰਪਨੀ ਕਰਨ ਦੀ ਸ਼ਾਰਟਕਟ ਕਮਾਂਡ ਕਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਰਾਈਟ ਹੈਂਡ ਸਾਈਡ ਕੰਪਨੀ ਦੇ ਨਾਲ ਹੀ ਐਰੋਜ਼ ਆ ਰਹੇ ਨੇ। ਤਾਂ ਤੁਸੀਂ ਇਸ ਐਰੋ ਤੇ ਕਲਿੱਕ ਕਰਨਾ ਹੈ। ਤਾਂ F3 ਤਾਂ ਆਪਣਾ ਕੰਪਨੀ ਦੇ ਲਈ ਹੈ। ਫਿਰ ਆਂਦਾ ਹੈ F3 ਤਾਂ ਇਸ ਕਮਾਂਡ ਨੂੰ ਤੁਸੀਂ ਆਲਟ ਦੇ ਨਾਲ ਕਰਨਾ ਹੈ। ਆਲਟ ਦੇ ਨਾਲ ਕਿਉਂ ਕਰਨਾ ਹੈ ਤੁਸੀਂ ਦੇਖ ਸਕਦੇ ਹੋ F3 ਦੇ ਨੀਚੇ ਇੱਕ ਸਿੰਗਲ ਲਾਈਨ ਆ ਰਹੀ ਹੈ। ਜਿਸ ਦੇ ਵੀ ਨੀਚੇ ਸਿੰਗਲ ਲਾਈਨ ਆਏਗੀ ਤੁਸੀਂ ਉਸ ਕਮਾਂਡ ਨੂੰ ਆਲਟ ਦੇ ਨਾਲ ਯੂਜ਼ ਕਰਨਾ ਹੈ। ਫਿਰ ਨੈਕਸਟ ਆਂਦਾ ਹੈ F3 ਸ਼ਟ ਕੰਪਨੀ। ਇਸ ਨੂੰ ਤੁਸੀਂ ਕੰਟਰੋਲ ਦੇ ਨਾਲ ਯੂਜ਼ ਕਰੋਗੇ। ਕੰਟਰੋਲ ਦੇ ਨਾਲ ਯੂਜ਼ ਕਿਉਂ ਕਰਾਂਗੇ ਕਿਉਂਕਿ ਇਸ ਦੇ ਨੀਚੇ ਡਬਲ ਲਾਈਨਸ ਆ ਰਹੀਆਂ ਨੇ। ਤਾਂ ਸਿੰਗਲ ਲਾਈਨ ਦੇ ਲਈ ਤੁਸੀਂ ਆਲਟ ਨੂੰ ਪ੍ਰੈਸ ਕਰਨਾ ਹੈ ਐਂਡ ਡਬਲ ਲਾਈਨ ਦੇ ਲਈ ਤੁਸੀਂ ਕੰਟਰੋਲ ਨੂੰ ਪ੍ਰੈਸ ਕਰਨਾ ਹੈ। ਆਲਟ ਪਲੱਸ F3 ਸਿਲੈਕਟ ਕੰਪਨੀ ਦੀ ਸ਼ਾਰਟਕਟ ਕਮਾਂਡ ਹੈ ਐਂਡ ਕੰਟਰੋਲ ਪਲੱਸ F3 ਸ਼ਟ ਕੰਪਨੀ ਦੀ ਸ਼ਾਰਟਕਟ ਕਮਾਂਡ ਹੈ। ਤਾਂ ਇਸ ਤਰ੍ਹਾਂ ਤੁਸੀਂ ਸ਼ਾਰਟਕਟ ਕਮਾਂਡਸ ਨੂੰ ਯੂਜ਼ ਕਰਕੇ ਵੀ ਫੀਚਰਸ ਨੂੰ ਯੂਜ਼ ਕਰ ਸਕਦੇ ਹੋ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਕਿ ਆਪਾਂ ਟੈਲੀ ਪ੍ਰਾਈਮ ਦੇ ਵਿੱਚ ਕੰਪਨੀ ਨੂੰ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹਾਂ, ਆਲਟਰ ਕਰ ਸਕਦੇ ਹਾਂ, ਸਿਲੈਕਟ ਕਰ ਸਕਦੇ ਹਾਂ ਐਂਡ ਸ਼ਟ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਇਹ ਸਮਝ ਆਇਆ ਹੋਵੇਗਾ ਐਂਡ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡਾ ਨੈਕਸਟ ਟੌਪਿਕ ਕਵਰ ਕਰਾਂਗੇ। ਤਾਂ ਇਸੇ ਤਰ੍ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਐਂਡ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ। ਅਗਰ ਕਿਸੇ ਸਟੂਡੈਂਟ ਦਾ ਕੋਈ ਡਾਊਟ ਹੈ ਤਾਂ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।